ਹੁਣ ਆਪਾਂ ਦੇਖਣ ਜਾ ਰਹੇ ਹਾਂ ਚੈਪਟਰ ਨੰਬਰ 4 ਦੀ ਕੁਝ ਕੇਸ ਸਟੱਡੀਜ਼। ਇਹ ਪੇਜ ਨੰਬਰ 248 ਤੇ 3 ਮਾਰਕਸ ਦੇ ਕੁਐਸਚਨਸ ਨੇ। ਸਭ ਤੋਂ ਪਹਿਲੀ ਕੇਸ ਸਟੱਡੀ ਆਪਾਂ ਦੇਖਦੇ ਹਾਂ। ਬਹੁਤ ਹੀ ਈਜ਼ੀ ਟੌਪਿਕ ਨੇ, ਕੋਈ ਟੈਨਸ਼ਨ ਲੈਣ ਵਾਲੀ ਗੱਲ ਨਹੀਂ। ਇਨ ਬੈਂਕਿੰਗ ਸਰਵਿਸਿਜ਼ ਸੱਚ ਅ ਸਿਸਟਮ ਹੈਜ਼ ਕਮ ਅਪ ਬਿਕੋਜ਼ ਆਫ ਵਿਚ the status of the customer undergoes a change. Now the customer happen to belong not to a particular branch but to the particular bank. ਮਤਲਬ ਉਹ ਕਸਟਮਰ ਜਿਹੜਾ ਹੈਗਾ ਬੈਂਕ ਦਾ ਹੋਊਗਾ, ਕਿਸੇ ਬ੍ਰਾਂਚ ਦਾ ਨਹੀਂ ਹੋਊਗਾ। ਇਸ ਨੂੰ ਕੀ ਕਹਿੰਦੇ ਨੇ? ਕੋਰ ਬੈਂਕਿੰਗ ਸਿਸਟਮ ਕਹਿੰਦੇ ਨੇ। ਸੈਕਿੰਡ ਕੁਐਸਚਨ, Surekha is a cloth trader. She gets her godown insured against fire. After a few days her godown caught fire. ਕੁਛ ਅੱਗ ਲੱਗ ਗਈ, ਠੀਕ ਹੈ ਜੀ। ਆ ਉਹਦਾ ਗਡਾਊਨ ਸੀਗਾ, ਠੀਕ ਹੈ। ਗਡਾਊਨ ਦੇ ਵਿੱਚ ਅੱਗ ਲੱਗ ਗਈ। ਵੈਨ ਦ ਗਡਾਊਨ ਵਾਜ਼ on the fire she was also around it. ਜਦੋਂ ਉਸ ਨੂੰ ਅੱਗ ਲੱਗੀ ਉਹ ਉੱਥੇ ਖੜੀ ਆਰਾਮ ਨਾਲ ਉਸ ਚੀਜ਼ ਨੂੰ ਦੇਖੀ ਗਈ, ਠੀਕ ਹੈ। she kept watching the scene but she made little effort to get the fire extinguished. Perhaps she had in her mind that the ground was insured against fire, hence there was nothing to worry. ਇਹਨੂੰ ਲੱਗਿਆ ਵੀ ਦੇਖੋ ਆਹ ਜਿਹੜਾ ਸਾਡਾ ਫੈਕਟਰੀ ਹੈ, ਫੈਕਟਰੀ ਤਾਂ ਇੰਸ਼ੋਰ ਕਰਾਈ ਹੋਈ ਹੈ, ਸਾਨੂੰ ਪੈਸੇ ਮਿਲੇ ਜਾਣੇ ਆ। ਇਹ ਆਰਾਮ ਨਾਲ ਚਾਹ ਦਾ ਕੱਪ ਆਰਾਮ ਨਾਲ ਪੀਣ ਲੱਗ ਗਈ, ਉਰੇ ਖੜ੍ਹ ਕੇ ਦੇਖ ਰਹੀ ਹੈ ਵੀ ਅੱਗ ਲੱਗੀ ਰਹਿਣ ਦੋ, ਬਾਅਦ 'ਚੋਂ ਪੈਸੇ ਮਿਲਦੇ ਰਹਿਣੇ ਆ। ਪਰ ਉਰੇ ਇੱਕ ਜਿਹੜਾ ਪ੍ਰਿੰਸੀਪਲ ਆ ਤੁਹਾਡਾ ਉਹ ਵਾਇਲੇਟ ਹੋ ਰਿਹਾ। ਉਹ ਵਾਇਲੇਟ ਹੋ ਕਿਹੜਾ ਰਿਹਾ ਉਹਦੀ ਗੱਲ ਕਰਨੀ ਹੈ। ਉਹ ਹੈਗਾ ਪ੍ਰਿੰਸੀਪਲ ਆਫ ਮਿਟੀਗੇਸ਼ਨ ਆਫ ਲੋਸਿਸ। ਮਤਲਬ ਤੁਹਾਨੂੰ ਉਹ ਸਟੈਪ ਤਾਂ ਲੈਣੇ ਚਾਹੀਦੇ ਹੈ ਜ਼ਰੂਰੀ ਇੰਸ਼ੋਰਡ ਬੰਦੇ ਨੂੰ, ਮਤਲਬ ਜਿਹਨੇ ਇੰਸ਼ੋਰੈਂਸ ਕਰਵਾਈ ਹੈ ਉਹ ਚੀਜ਼ਾਂ ਤਾਂ ਕਰੇ ਜੋ ਉਹਨੂੰ ਕਰਨੀਆਂ ਚਾਹੀਦੀਆਂ ਸੀਗੀਆਂ। ਜੇ ਇੰਸ਼ੋਰੈਂਸ ਨਾ ਕਰਾਈ ਹੁੰਦੀ ਤਾਂ ਮਤਲਬ ਉਰੇ ਆਪਣਾ ਮਿਟੀਗੇਸ਼ਨ ਆਫ ਲੋਸਿਸ ਲੱਗਦਾ ਪਿਆ। ਆਹ ਆਪਾਂ ਕਰਨਾ ਨਹੀਂ ਹੈਗਾ। ਅਗਲੇ ਪੇਜ 'ਤੇ ਆਹ ਦੇਖੋ ਜੀ, ਅਗਲਾ ਕੁਐਸਚਨ। Mr. Jitendra, the owner of the Jitendra Steel Industry, does the wholesale trade of the utensils. Some of the utensils are made in a factory itself and some others he purchased from the other manufacturers. कुछ आप बनाता, कुछ बाहरों purchase करता। Every day he has to make payment to the several other traders. He wants that as soon as he deposit money in his bank, it should be credited to the account. मतलब ਜਿਵੇਂ ਉਹ ਪੈਸੇ ਜਮ੍ਹਾਂ ਕਰਵਾਵੇ ਉਹਦੇ ਖਾਤੇ ਦੇ ਵਿੱਚ ਰੀਅਲ ਟਾਈਮ ਦੇ ਵਿੱਚ ਪੈਸੇ ਆਉਣ, ਮਤਲਬ ਨਾਲ ਦੀ ਨਾਲ ਪੈਸੇ ਆਉਣ ਵਿਦਆਊਟ ਐਨੀ ਡਿਲੇ। ਕੋਈ ਲੇਟ ਨਾ ਹੋਵੇ ਕੰਮ, ਨਾਲ ਦੀ ਨਾਲ ਪੈਸੇ ਆਉਣ। ਔਨ ਇਨਕੁਆਇਰੀ ਫਰੋਮ ਦਾ ਬੈਂਕ ਹੀ ਲਰਨ ਦੈਟ ਦੋ ਈ ਬੈਂਕਿੰਗ ਦੇਰ ਵਾਜ਼ 2 ਸਿਸਟਮ ਅਵੇਲੇਬਲ ਫॉर ਸੈਂਡਿੰਗ ਦਾ ਮਨੀ ਫਰੋਮ ਵਨ ਪਲੇਸ ਟੂ ਅਨਦਰ। 2 ਸਿਸਟਮ ਕਿਹੜੇ ਹੁੰਦੇ ਤੁਹਾਡੇ ਕੋਲ ਅਵੇਲੇਬਲ? ਇੱਕ ਹੁੰਦਾ RTGS, ਇੱਕ ਹੁੰਦਾ ਨੈਫਟ। ਨੈਫਟ 'ਚ ਟਾਈਮ ਲੱਗਦਾ, RTGS ਨਾਲ ਦੀ ਨਾਲ ਹੁੰਦੀ ਹੈ। According to one system, transfer of the money from one branch bank to another bank is done in batches. Batch ਦੇ ਵਿੱਚ ਕੀਤੀ ਜਾਂਦੀ। According to the other system, transactions are done on one after. ਜਿਹੜੀ ਬੈਚਿਸ ਹੁੰਦੀ ਹੈ ਨੈਫਟ ਹੁੰਦੀ ਹੈ, RTGS ਨਾਲ ਦੀ ਨਾਲ ਹੁੰਦੀ ਹੈ। ਡਨ ਹੈ ਜੀ। ਅਗਲੇ ਪੇਜ 'ਤੇ ਦੇਖੋ ਕੀ ਕਹਿੰਦੇ ਨੇ। ਸਟੇਟ ਦਾ ਨੇਮ ਦਾ 2 ਸਿਸਟਮ। ਸਿਸਟਮ ਕਿਹੜੇ ਨੇ ਵੀਰੇ? ਇੱਕ ਹੋ ਗਿਆ ਨੈਫਟ, ਇੱਕ ਹੋ ਗਿਆ RTGS। ਐਕਸਪਲੇਨ ਦਾ ਸਿਸਟਮ ਇਨ ਡਿਟੇਲ। ਇਹ ਡਿਟੇਲ ਦੇ ਵਿੱਚ ਗੱਲ ਦੱਸੋ, ਇਹਦੇ ਬਾਰੇ ਲਿਖ ਦਿਓ ਜੀ। ਚਲੋ ਜੀ ਅਗਲੇ 'ਤੇ ਚੱਲੀਏ ਆਪਾਂ। ਆਹ ਦੇਖੋ ਜੀ ਅਗਲਾ ਪੁਆਇੰਟ ਕੀ ਕਹਿੰਦਾ ਪਿਆ। ਮਿਸਟਰ ਲਖਵਿੰਦਰ ਗੋਟ ਹਿਜ਼ ਗੁੱਡ ਵਰਥ 1 ਲੱਖ ਇੰਸ਼ੋਰਡ ਫੋਰ 1 ਲੱਖ। 1,50,000 ਦਾ ਇੰਸ਼ੋਰੈਂਸ ਕਰ। 1 ਲੱਖ ਦੀ ਚੀਜ਼ ਸੀਗੀ। ਮਤਲਬ ਲੈਟ ਸੇ ਆਹ ਤੁਹਾਡੀ ਇੱਕ ਗੱਡੀ ਹੈ ਨੈਨੋ, ਜਿਹਦੀ ਵੈਲਿਊ 1 ਲੱਖ ਰੁਪਇਆ ਹੈ, ਪਰ ਤੁਸੀਂ ਇੰਸ਼ੋਰੈਂਸ ਕਰਾਈਏ 1.5 ਲੱਖ ਰੁਪਏ 'ਚ, ਠੀਕ ਹੈ। ਆਫਟਰ ਸਮ ਟਾਈਮ ਓਨਲੀ ਆਲ ਦਾ ਗੁੱਡਸ ਗੋਟ ਡਿਸਟਰੋਇਡ। ਸਾਰਿਆਂ ਨੂੰ ਅੱਗ ਲੱਗੀ। ਇਨ ਦਿਸ ਸਿਚੁਏਸ਼ਨ ਦਾ ਇੰਸ਼ੋਰੈਂਸ ਕੰਪਨੀ ਪੇਡ ਓਨਲੀ 1 ਲੱਖ, ਸਿਰਫ 1 ਲੱਖ ਰੁਪਏ, 1 ਲੱਖ ਰੁਪਏ ਕੀਤਾ। ਵੇਅਰ ਐਜ਼ ਦਾ ਇੰਸ਼ੋਰੈਂਸ ਆਫ ਦਾ ਗੁੱਡਸ ਡਨ ਵਾਜ਼ ਆਫ 1,50,000। ਪੂਰੇ ਕੰਸੈਪਟ ਲੱਗਦਾ ਕੰਸੈਪਟ ਆਫ ਇੰਡੈਮਿਨਿਟੀ। ਮਤਲਬ ਜਿਵੇਂ ਗੁੱਡਸ 1 ਲੱਖ ਦੀਆਂ ਸੀਗੀਆਂ ਅੱਗ ਲੱਗਣ ਤੋਂ ਪਹਿਲਾਂ ਜਾਂ ਡਿਸਟਰੋਏ ਹੋਣ ਤੋਂ ਪਹਿਲਾਂ, ਆਪਾਂ ਤੈਨੂੰ ਉਹੀ ਸਿਚੁਏਸ਼ਨ 'ਚ ਵਾਪਸ ਲੈ ਕੇ ਆਵਾਂਗੇ ਜਿਸ ਸਿਚੁਏਸ਼ਨ ਦੇ ਵਿੱਚ ਐਕਸੀਡੈਂਟ ਹੋਣ ਤੋਂ ਪਹਿਲਾਂ ਸੀਗਾ। ਮਤਲਬ ਤੈਨੂੰ 1 ਲੱਖ ਰੁਪਈਆ ਜਾਂ 1 ਲੱਖ ਰੁਪਏ ਦੀ ਚੀਜ਼ ਦੇ ਦਾਂਗੇ ਤਾਂ ਕਿ ਤੂੰ ਬਰਾਬਰ ਆ, ਜਿਵੇਂ ਪ੍ਰੋਫਿਟ ਨਹੀਂ ਕਮਾ ਕੇ ਦੇਣਾ ਕੋਈ ਵੀ ਤੈਨੂੰ। The owner of the Bhagwati Rice and General Mills got his mill insured against the fire by the Oriental Insurance Company. All the time he getting his mill insured, he did not disclose to the insurance company that the electricity department had just issued him a notice to get his old electric wires changed to the earliest. Only 3 months after getting his mill insured, the mill got fired on electricity wires. Okay, state whether the mill owner get compensation from the insurance company for the loss suffered. Here which principle of insurance
ਵਿਲ ਬੀ ਫੋਲੋਡ। ਹੁਣ ਉਹ ਕੀ ਕਹਿ ਰਿਹਾ ਹੈ ਕਿ ਮੈਂ ਇੰਸ਼ੋਰੈਂਸ ਕਰਵਾ ਲਈ, ਅੱਗ ਦੀ ਇੰਸ਼ੋਰੈਂਸ ਕਰਾ ਲਈ, ਮੈਨੂੰ ਨੋਟਿਸ ਆ ਗਿਆ ਵੀ ਤੁਹਾਡੀ ਜਿਹੜੀ ਵਾਇਰਸ ਨੇ ਉਹ ਵਧੀਆ ਨਹੀਂ ਪਈਆਂ। ਲੈਟਸ ਸੇ ਆ ਤੁਹਾਡੀ ਕੰਪਨੀ ਸੀ, ਜਿਹੜੀ ਵਾਇਰਸ ਪਈਆਂ ਹੋਈਆਂ ਸੀ ਉਹ ਘਟੀਆ ਕੁਆਲਿਟੀ ਦੀ ਸੀਗੀਆਂ, ਨੋਟਿਸ ਵੀ ਆ ਚੁੱਕਿਆ ਅਤੇ ਆਪਾਂ ਚੀਜ਼ ਦੱਸੀ ਨਹੀਂ ਹੈਗੀ। ਦੱਸਣ ਦਾ ਮਤਲਬ ਕੀ ਹੈ ਬਾਈ, ਮੈਂ ਇੰਸ਼ੋਰੈਂਸ ਕੰਪਨੀ ਤੋਂ ਕੁਝ ਛੁਪਾ ਰਿਹਾ। ਛੁਪਾਉਣ ਦਾ ਮਤਲਬ ਕੀ ਹੋਇਆ ਉਰੇ, ਪ੍ਰਿੰਸੀਪਲ ਆਫ ਅਟਮੋਸਟ ਗੁੱਡ ਫੇਥ ਖਰਾਬ ਹੋ ਗਿਆ, ਨਹੀਂ ਪੈਸੇ ਮਿਲਣੇ ਕੁਝ ਵੀ, ਜਾਓ ਫਿਰ ਪਰੇ। ਠੀਕ ਹੈ ਜੀ। ਹਾਂਜੀ ਵੀਰੇ, ਅਗਲਾ ਕੁਐਸਚਨ ਸਮਝੋ ਜੀ, ਇਹ ਵੀ ਕਾਫੀ ਇੰਪੋਰਟੈਂਟ। ਸਵਿਤਾ ਰਾਣੀ ਚੁਲਬੁਲ ਡੂ ਹੋਲਸੇਲ ਟ੍ਰੇਡ ਇਨ ਦਾ ਰੈਡੀਮੇਡ ਮਾਰਕੀਟ, ਦੇ ਗੋਟ ਦੇਅਰ ਗਰਾਊਂਡ ਇੰਸ਼ੋਰਡ ਫॉर 5 ਲੱਖ ਰੁਪੀ। ਉਹਨਾਂ ਨੇ 5 ਲੱਖ ਰੁਪਏ ਦਾ ਆਪਣਾ ਇੰਸ਼ੋਰੈਂਸ ਕਰਵਾ ਲਿਆ। ਠੀਕ ਹੈ ਜੀ, ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਅੱਗੇ ਦੇ ਗੋਟ ਦੇਅਰ ਗੋਡਾਊਨ ਹੋ ਗਿਆ। ਠੀਕ ਹੈ ਜੀ, ਬਜਾਜ ਵਾਲੇ ਤੋਂ ਕਰਵਾ ਲਿਆ। ਇਹ ਫਿਊ ਡੇਜ਼ ਆਫਟਰ ਗੈਟਿੰਗ ਦਾ ਇੰਸ਼ੋਰੈਂਸ ਦਾ ਗੋਡਾਊਨ ਗੋਟ ਫਾਇਰ, ਅੱਗ ਲੱਗ ਗਈ। ਜਦੋਂ ਵੀ ਇੰਸ਼ੋਰੈਂਸ ਕਰਾਓ ਅੱਗ ਲਾ ਦਿੰਦੇ ਨੇ। ਐਂਡ ਦਾ ਗੁੱਡਸ ਵਰਥ 3 ਲੱਖ ਓਨਲੀ ਵਰ ਡਿਸਟਰੋਇਡ। ਸਰ 3 ਲੱਖ ਦੀ ਚੀਜ਼ਾਂ ਡਿਸਟਰੋਏ ਹੋਈਆਂ, 5 ਲੱਖ ਦਾ ਇੰਸ਼ੋਰੈਂਸ ਸੀ, ਇਹ 'ਚੋਂ 3 ਲੱਖ ਦੀਆਂ ਚੀਜ਼ਾਂ ਨੂੰ ਅੱਗ ਲੱਗ ਗਈ। ਮਤਲਬ ਇਹ ਸਮਝੋ ਆਹ ਗਡਾਊਨ ਹੈ, 1 ਲੱਖ 2 3 4 5 5 ਲੱਖ ਦਾ ਸਮਾਨ ਸੀ ਜਿਵੇਂ ਐਗਜ਼ਾਮਪਲ, ਇਹ 'ਚੋਂ 3 ਲੱਖ ਨੂੰ ਅੱਗ ਲੱਗ ਗਈ ਜਿਵੇਂ, ਇਹ ਤਾਂ ਖਤਮ ਹੋ ਗਿਆ। ਠੀਕ ਹੈ ਜੀ, ਇਹ ਆਹ ਲੱਗ ਗਈ ਅੱਗ 3 ਨੂੰ, ਤਾਂ 2 ਲੱਖ ਦਾ ਸਮਾਨ ਬਚ ਗਿਆ। ਦੇ ਸਕਸੀਡ ਇਨ ਗੈਟਿੰਗ ਦਾ ਕੰਪਨਸੇਸ਼ਨ ਆਫ ਦਾ ਲੌਸਿਸ ਫਰੋਮ ਦਾ ਇੰਸ਼ੋਰੈਂਸ ਕੰਪਨੀ, ਦਾ ਫਰਮ ਸੋਲਡ ਆਫ ਦਾ ਹਾਫ ਆਫ ਦਾ ਬਰਨਡ ਗੁੱਡਸ ਫॉर 20,000 ਓਨਲੀ। ਜਿਹੜੀਆਂ ਹਾਫ ਬਰਨਡ ਗੁੱਡਸ ਦੀ 20,000 ਦੀ ਵੇਚ ਲਈਆਂ। ਹੂ ਵਿਲ ਬੀ ਦਾ ਕਲੇਮੈਂਟ ਆਫ ਦਾ ਅਮਾਊਂਟ, ਇਹਦਾ ਕਲੇਮ ਕਿਹਨੂੰ ਮਿਲੂਗਾ। ਠੀਕ ਹੈ, ਅਸਲ ਦਾ ਪ੍ਰਿੰਸੀਪਲ ਆਫ ਇੰਸ਼ੋਰੈਂਸ ਐਪਲੀਕੇਬਲ। ਇਹਦਾ ਮਤਲਬ ਕੀ ਹੁੰਦਾ, ਇਹ ਹੁੰਦਾ ਪ੍ਰਿੰਸੀਪਲ ਆਫ ਸਬਰੋਗੇਸ਼ਨ। ਸਬਰੋਗੇਸ਼ਨ ਮਤਲਬ ਸਬ ਇੰਸ਼ੋਰੈਂਸ ਕੰਪਨੀ ਦਾ, ਸਬ ਜਿਹੜਾ ਹੈਗਾ ਇੰਸ਼ੋਰੈਂਸ ਕੰਪਨੀ ਦਾ। ਇਹਦਾ ਮਤਲਬ ਕਿ ਜਿਹੜਾ ਵੀਰੇ ਬਚਿਆ ਕੁਚਿਆ ਸਮਾਨ ਆ, ਅੱਗ ਲੱਗਿਆ ਸਮਾਨ ਆ, ਉਹਦੇ ਉੱਤੇ ਅਧਿਕਾਰ ਇੰਸ਼ੋਰੈਂਸ ਕੰਪਨੀ ਦਾ ਹੋਊਗਾ। ਤੁਹਾਨੂੰ ਕੰਪਨੀ ਪੈਸੇ ਪੇ ਕਰ ਦੂਗੀ ਉਸ ਚੀਜ਼ ਦੇ, ਇਹਨੂੰ ਕਹਿੰਦੇ ਆ ਪ੍ਰਿੰਸੀਪਲ ਆਫ ਸਬਰੋਗੇਸ਼ਨ। ਠੀਕ ਹੈ ਜੀ, ਤਾਂ ਉਰੇ ਲੱਗਦਾ ਪ੍ਰਿੰਸੀਪਲ ਆਫ ਸਬਰੋਗੇਸ਼ਨ। ਅਗਲਾ ਜੀ, ਮਿਸਟਰ ਪਰਮਜੀਤ ਹਾਈਡ ਸਮ ਪਰਟੀਕੂਲਰ ਡਿਸੀਜ਼ਿਸ, ਉਹਨੇ ਕੋਈ ਚੀਜ਼ਾਂ ਲੁਕੋ ਲਈਆਂ। ਆਹ ਦੇਖੋ ਮੈਂ ਸਮਝਾਉਂਦਾ ਤੁਹਾਨੂੰ ਗੱਲ ਕੀ ਹੋਈ। ਆਹ ਹੈਗਾ ਜੀ ਇੱਕ ਇਨਸਾਨ, ਉਹ ਤਾਂ ਇਹ ਬਹੁਤ ਚੰਗੀ ਗੱਲ ਕਰਦਾ, ਪਰ ਜਦੋਂ ਇੰਸ਼ੋਰੈਂਸ ਕੰਪਨੀ ਇਹਦੇ ਕੋਲ ਆਈ, ਇਹ ਖੱਚ ਨੇ ਜੋ ਵੀ ਇਹਨੂੰ ਡਿਸੀਜ਼ ਹੋਏ ਸੀ ਦੱਸੇ ਨਹੀਂ ਹੈਗੇ। ਠੀਕ ਹੈ ਜੀ, ਅਤੇ ਬਾਅਦ 'ਚੋਂ ਬਾਈ ਉਹੀ ਇੰਸ਼ੋਰੈਂਸ ਦੇ ਕਾਰਨ ਉਹੀ ਜਿਹੜੀ ਚੀਜ਼ਾਂ ਨਹੀਂ ਸੀ ਇਸ ਕਾਰਨ ਲੈਟਸ ਦੀ ਡੈਥ ਹੋ ਜਾਂਦੀ ਹੈ। ਠੀਕ ਹੈ, ਤਾਂ ਇੰਸ਼ੋਰੈਂਸ ਕੰਪਨੀ ਨੇ ਕੁਛ ਪੇ ਨਹੀਂ ਕਰੂਗੀ। ਕਿਉਂ? ਕਿਉਂਕਿ ਇਹਦੇ ਮਨ 'ਚ ਚੋਰ ਸੀ, ਨਾ ਤਾਂ ਇਹਨੂੰ ਇਹ 'ਤੇ ਫੇਥ ਹੋਇਆ, ਨਾ ਇਹਨੂੰ ਇਹ 'ਤੇ ਫੇਥ ਹੋਇਆ, ਤਾਂ ਪ੍ਰਿੰਸੀਪਲ ਆਫ ਗੁੱਡ ਫੇਥ ਜਿਹੜਾ ਹੈਗਾ ਵਾਇਲੇਟ ਹੋ ਜਾਂਦਾ। ਠੀਕ ਹੈ ਜੀ, ਚਲੋ ਅਗਲੇ ਕੁਐਸਚਨ 'ਤੇ ਚੱਲੀਏ। ਵੀ ਡਨ ਹੈ, ਇਹ 'ਚ ਵੀ ਕੋਈ ਦਿੱਕਤ ਨਹੀਂ। ਲਓ ਜੀ ਸਮਝੋ, ਇਹ ਹੈਗਾ ਲੈਂਥੀ ਕੁਐਸਚਨ, ਸੁਣ ਲਓ ਬਸ ਇੱਕ ਵਾਰ, ਉਹਨੇ ਅੱਖਾਂ ਥੱਲੋਂ ਕੱਢ ਦੋ। ਟੂ ਫਰੈਂਡਸ ਮਿਸਟਰ ਨਰੇਨ ਮਿਸ਼ਰਾ ਐਂਡ ਮਿਸਟਰ ਗੋਵਿੰਦ ਰਾਏ got different type of insurance policies done. Mr. Narayan Mishra got his house insured 50 lakh rupees by the new insurance company. The company thought that there was a great risk in it. It got the insurance company for 30 lakh out of done by the national company. It got the insurance of 30 lakh out of it done by the national insurance company. After some days there was an earthquake and Mr. Mishra was completely destroyed. House Mr. Mishra ਦਾ ਕਰਜ਼ में ਅੱਗ ਲੱਗ ਗਿਆ। New India Insurance Company made the full payment of 50 lakh to Mishra. Now the New Indian Insurance Company get the payment 30 lakh from the National Insurance Company. In this way the first company got its risk insured. ਓਕੇ, ਇੱਕ ਕੰਪਨੀ ਨੇ ਇੰਸ਼ੋਰੈਂਸ ਕੰਪਨੀ ਦੂਸਰੀ ਕੰਪਨੀ ਤੋਂ ਇੰਸ਼ੋਰੈਂਸ ਕਰਵਾ ਲਿਆ ਸੀਗਾ। ਠੀਕ ਹੈ, ਉਹਨੂੰ ਕਹਿੰਦੇ ਨੇ ਡਬਲ ਇੰਸ਼ੋਰੈਂਸ। ਜਦ ਇੱਕ ਇੰਸ਼ੋਰੈਂਸ ਕੰਪਨੀ ਆਪਣਾ ਇੰਸ਼ੋਰੈਂਸ ਦੂਸਰੀ ਇੰਸ਼ੋਰੈਂਸ ਕੰਪਨੀ ਤੋਂ ਕਰਾਉਂਦੀ ਹੈ, ਉਹਨੂੰ ਕਹਿੰਦੇ ਡਬਲ ਇੰਸ਼ੋਰੈਂਸ। ਠੀਕ ਹੈ ਜੀ, from the national in this way the first company got its risk reduced. The other friend Mr. Govind got a life insured
by Reliance Life Insurance Company and Life Insurance Corporation for 10 lakh and 5 lakh respectively. He survived up to the end of the fixed period. Identify the type of insurance contracts done by the both the friends in the paragraph. ਕਿਹੜੇ ਕਿਹੜੇ ਉਹਨਾਂ ਨੇ ਕੰਟਰੈਕਟ ਕਰਾਏ ਸੀਗੇ ਲਿਜੋ ਦੇਖੋ। ਇਹਨੇ ਤਾਂ ਕਰਾਇਆ ਲਾਈਫ ਇੰਸ਼ੋਰੈਂਸ, ਇਹਨੇ ਕਰਾਇਆ ਲਾਈਫ ਇੰਸ਼ੋਰੈਂਸ। ਤੇ ਪਾਇਲਟ ਨੇ ਕਰਾਇਆ ਕੰਟਰੈਕਟ ਆਫ ਇੰਡੈਮਿਨਿਟੀ। ਇੰਡੈਮਿਨਿਟੀ ਦਾ ਮਤਲਬ ਕੀ ਹੁੰਦਾ ਬਾਈ, ਮੈਂ ਜਿਹੋ ਜਿਹਾ ਪਹਿਲਾਂ ਸੀਗਾ ਮੈਂ ਉਹ ਜਿਹਾ ਹੀ ਬਾਅਦ 'ਚੋਂ ਹੋਣਾ ਚਾਹੁੰਦਾ, ਮੈਂ ਕੋਈ ਵੀ ਪ੍ਰੋਫਿਟ ਨਹੀਂ ਕਮਾਉਣਾ ਚਾਹੁੰਦਾ ਸੀਗਾ। ਠੀਕ ਹੈ ਜੀ। ਉਸ ਤੋਂ ਬਾਅਦ what is type of insurance indicated in the insurance company contracted by the Mr. Narayan Mishra in which two insurance companies joined। डबल इंश्योरेंस करा लिया एक तो सी पार्ट ਦਾ डबल इंश्योरेंस ਆ ਗਿਆ ਰੀ ਇੰਸ਼ੋਰੈਂਸ। ਮੈਂ ਜਦੋਂ ਇੱਕ ਕੰਪਨੀ ਦੂਸਰੀ ਕੰਪਨੀ ਦਾ ਇੰਸ਼ੋਰੈਂਸ ਕਰਾਉਂਦੀ ਉਹ ਹੁੰਦਾ ਰੀ ਇੰਸ਼ੋਰੈਂਸ। ਇਹਨੇ ਦੋ ਜਗ੍ਹਾ ਤੋਂ ਇੰਸ਼ੋਰੈਂਸ ਕਰਵਾਇਆ ਸੀ, ਨੈਕਸਟ ਬੰਦੇ ਨੇ ਉਹਦਾ ਗੋਬਿੰਦ ਨੇ ਦੋ ਜਗ੍ਹਾ ਤੋਂ ਇੰਸ਼ੋਰੈਂਸ ਕਰਵਾਇਆ, ਉਹਦਾ ਨਾਮ ਕੀ ਆ ਗਿਆ ਡਬਲ ਇੰਸ਼ੋਰੈਂਸ। ਲਓ ਜੀ।